गुड मॉर्निंग एवरीवन। आज का जो टॉपिक है वो है काउंटर आयंस बाइंडिंग टू माइसल्स। सब तो पहला डेफिनेशन काउंटर आयन ਹੁੰਦੇ ਕੀ ਆ। द आयन दैट accompanies an ion species in order to maintain the electrical neutrality। ਕਾਊਂਟਰ ਆਇਨ ਇੱਕ ਉਹ ਆਇਨ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੈ ਕਿ ਉਹ ਕੰਪਲੈਕਸ ਦੀ ਇਲੈਕਟ੍ਰੀਕਲ ਨਿਊਟਰੈਲਿਟੀ ਨੂੰ ਮੇਨਟੇਨ ਰੱਖੇ। ਫੋਰ ਐਗਜ਼ਾਮਪਲ ਜਿਵੇਂ ਇਸ ਐਗਜ਼ਾਮਪਲ ਦੇ ਵਿੱਚ ਜੋ ਇਹ ਕੰਪਲੈਕਸ ਹੈ ਇਹਦੇ ਉੱਪਰ 1 ਪੋਜ਼ੀਟਿਵ ਚਾਰਜ ਹੈ ਅਤੇ ਇਹ ਨਿਊਟਰਲ ਉਦੋਂ ਹੀ ਹੋਵੇਗਾ ਜਦੋਂ ਇਹਦੇ ਨਾਲ ਕੋਈ ਨੈਗੇਟਿਵ ਚਾਰਜ ਆਇਨ ਆ ਕੇ ਐਡ ਹੋਵੇ। ਇਸ ਲਈ ਇੱਥੇ Cl ਨੈਗੇਟਿਵ ਇਹ ਪੂਰੇ ਪੋਜ਼ੀਟਿਵ ਸਪੀਸੀ ਦੇ ਨਾਲ ਐਡ ਹੈ ਜਿਹਦਾ ਕੰਮ ਹੈ ਕਿ ਉਹ ਇਸ ਕੰਪਲੈਕਸ ਨੂੰ ਨਿਊਟਰਲ ਰੱਖੇ। ਨੈਕਸਟ ਐਗਜ਼ਾਮਪਲ ਦੇ ਵਿੱਚ ਜੋ ਇਹ ਕੰਪਲੈਕਸ ਇਹਦੇ ਉੱਪਰ 2 ਪੋਜ਼ੀਟਿਵ ਚਾਰਜ ਹੈ ਅਤੇ ਇਹਦੇ ਨਾਲ ਉਹ ਵਾਲਾ ਕਾਊਂਟਰ ਆਇਨ ਆ ਕੇ ਐਡ ਹੋਏਗਾ ਜਿਹਦੇ ਉੱਪਰ 2 ਨੈਗੇਟਿਵ ਚਾਰਜ ਹੋਏਗਾ ਤਾਂ ਕਿ ਉਹ ਇਸ ਕੰਪਲੈਕਸ ਦੀ ਇਲੈਕਟ੍ਰੀਕਲ ਨਿਊਟਰੈਲਿਟੀ ਨੂੰ ਮੇਨਟੇਨ ਰੱਖ ਸਕੇ। ਨੈਕਸਟ ਐਗਜ਼ਾਮਪਲ ਦੇ ਵਿੱਚ ਇਸ ਕੰਪਲੈਕਸ ਦੇ ਉੱਪਰ 3 ਨੈਗੇਟਿਵ ਚਾਰਜ ਹੈ ਅਤੇ ਇਹਨੂੰ ਉਹ ਵਾਲਾ ਆਇਨ ਆ ਕੇ ਬੈਲੈਂਸ ਕਰੇਗਾ ਜਿਹਦੇ ਉੱਪਰ 3 ਪੋਜ਼ੀਟਿਵ ਚਾਰਜ ਹੋਏਗਾ ਤਾਂ ਕਿ ਉਹ ਇਸ ਕੰਪਲੈਕਸ ਨੂੰ ਨਿਊਟਰਲ ਰੱਖ ਸਕੇ। ਮੀਨਸ ਕਾਊਂਟਰ ਆਇਨ ਦਾ ਕੰਮ ਕੀ ਹੈ ਕਿ ਉਹ ਕੰਪਲੈਕਸ ਦੀ ਜੋ ਓਵਰਆਲ ਨਿਊਟਰੈਲਿਟੀ ਆ ਉਹਨੂੰ ਮੇਨਟੇਨ ਰੱਖ ਸਕਣ। ਨੈਕਸਟ ਜੋ ਐਗਜ਼ਾਮਪਲ ਆ ਉਹ ਕੀ ਹੈ NaCl ਦਾ ਕੰਪਾਊਂਡ ਹੈ। NaCl ਦੇ ਵਿੱਚ ਕੀ ਹੁੰਦਾ ਵਾ Na ਪੋਜ਼ੀਟਿਵ ਔਰ Cl ਨੈਗੇਟਿਵ ਆਇਨਸ ਹੁੰਦੇ ਨੇ। ਇਹਦੇ ਵਿੱਚ Na ਪੋਜ਼ੀਟਿਵ Cl ਨੈਗੇਟਿਵ ਲਈ ਕਾਊਂਟਰ ਆਇਨ ਦਾ ਕੰਮ ਕਰ ਰਿਹਾ ਔਰ ਜੋ Cl ਨੈਗੇਟਿਵ ਹੈ ਉਹ Na ਪੋਜ਼ੀਟਿਵ ਲਈ ਕਾਊਂਟਰ ਆਇਨ ਦਾ ਕੰਮ ਕਰ ਰਿਹਾ। Next, effect of counter ion binding on CMC. First is electrical conductivity of surfactant solution increases with concentration। जो ਸਰਫੈਕਟੈਂਟ ਦੀ ਕੰਸਨਟ੍ਰੇਸ਼ਨ ਉਹ ਆਪਾਂ ਐਕਸ ਐਕਸਿਸ ਦੇ ਅਲੋਂਗ ਲਈ ਹੈ ਔਰ ਜੋ ਇਲੈਕਟ੍ਰੀਕਲ ਕੰਡਕਟੀਵਿਟੀ ਉਹ ਵਾਈ ਐਕਸਿਸ ਦੇ ਅਲੋਂਗ ਲਈ ਹੈ। ਇਹਦੇ ਵਿੱਚ ਕੀ ਹੈ ਜਿਵੇਂ ਜਦੋਂ ਆਪਾਂ ਆਇਨਿਕ ਸਰਫੈਕਟੈਂਟ ਦਾ ਜੋ ਕੰਸਨਟ੍ਰੇਸ਼ਨ ਇਨਕਰੀਜ਼ ਕਰਦੇ ਜਾਂਦੇ ਹਾਂ ਤਾਂ ਸਰਫੈਕਟੈਂਟ ਦੇ ਜੋ ਆਇਨਸ ਨੇ ਔਰ ਜੋ ਕਾਊਂਟਰ ਆਇਨਸ ਨੇ ਉਹ ਵੀ ਇਨਕਰੀਜ਼ ਹੁੰਦੇ ਰਹਿੰਦੇ ਆ ਤਾਂ ਫਿਰ ਕੰਸਨਟ੍ਰੇਸ਼ਨ ਇਨਕਰੀਜ਼ ਕਰਨ ਦੇ ਨਾਲ ਨਾਲ ਕਾਊਂਟਰ ਆਇਨਸ ਦੀ ਜੋ ਮੋਬਿਲਿਟੀ ਆ ਉਹ ਵੀ ਇਨਕਰੀਜ਼ ਹੁੰਦੀ ਜਾਂਦੀ ਹੈ। ਮੋਬਿਲਿਟੀ ਮੀਨਸ ਜੋ ਕਾਊਂਟਰ ਆਇਨ ਦੀ ਮੂਵਮੈਂਟ ਆ ਉਹ ਵੀ ਇਨਕਰੀਜ਼ ਹੁੰਦੀ ਜਾਂਦੀ ਹੈ। ਜਿਵੇਂ ਜਿਵੇਂ ਆਪਾਂ ਕੰਸਨਟ੍ਰੇਸ਼ਨ ਇਨਕਰੀਜ਼ ਕਰਦੇ ਜਾਵਾਂਗੇ ਤਾਂ ਆਪਾਂ ਨੂੰ ਇੱਕ ਇਹੋ ਜਿਹਾ ਪੁਆਇੰਟ ਮਿਲੇਗਾ ਜਿੱਥੇ ਕੀ ਆ ਇਹ ਸਾਰੇ ਜੋ ਪਹਿਲਾਂ ਜੋ ਆਇਨ ਸੀ ਫ੍ਰੀ ਮੂਵ ਕਰ ਰਹੇ ਸੀ ਉਹ ਸਾਰੇ ਇਕੱਠੇ ਹੋ ਕੇ ਮਾਈਸਲ ਦੀ ਫਾਰਮੇਸ਼ਨ ਕਰਨਗੇ ਤਾਂ ਉਸ ਪੁਆਇੰਟ ਨੂੰ ਉਸ ਰੇਂਜ ਨੂੰ ਆਪਾਂ ਬੋਲਾਂਗੇ CMC। CMC ਕੀ ਹੈ ਕ੍ਰਿਟੀਕਲ ਮਾਈਸਲਰ ਕੰਸਨਟ੍ਰੇਸ਼ਨ। ਹੁਣ CMC ਤੋਂ ਬਾਅਦ ਜੋ ਇਲੈਕਟ੍ਰੀਕਲ ਕੰਡਕਟੀਵਿਟੀ ਆ ਉਹ ਸਲੋ ਇਨਕਰੀਜ਼ ਕਰ ਰਹੀ ਹੈ। ਕਿਉਂਕਿ ਜਦੋਂ ਉਹਨਾਂ ਦੇ ਮਾਈਸਲਸ ਬਣ ਜਾਂਦੇ ਆ ਤਾਂ ਜਿਹੜੇ ਆਇਨਸ ਪਹਿਲਾਂ ਫ੍ਰੀ ਮੂਵ ਕਰ ਰਹੇ ਸੀ CMC ਤੋਂ ਪਹਿਲਾਂ ਉਹ ਕੀ ਆ ਹੁਣ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਮਾਈਸਲਸ ਦੀ ਫਾਰਮੇਸ਼ਨ ਕਰ ਲਈ। ਮੀਨਸ ਉਹਨਾਂ ਦੀ ਜੋ ਡਿਗਰੀ ਆਫ ਫਰੀਡਮ ਆ ਉਹ ਵੀ ਘੱਟ ਗਈ ਔਰ ਜੋ ਉਹਨਾਂ ਦੀ ਜੋ ਕਾਊਂਟਰ ਆਇਨ ਸੀ ਉਹਨਾਂ ਦੀ ਜੋ ਡਿਗਰੀ ਆਫ ਫਰੀਡਮ ਸੀ ਉਹ ਵੀ ਘੱਟ ਗਈ ਔਰ ਜੋ ਉਹਨਾਂ ਦੀ ਮੂਵਮੈਂਟ ਸੀ ਉਹ ਵੀ ਘੱਟ ਗਈ। ਤਾਂ ਫਿਰ ਉਹ ਕੀ ਕਰਦੇ ਕਾਊਂਟਰ ਆਇਨਸ ਦੀ ਜਦੋਂ ਡਿਗਰੀ ਆਫ ਮੂਵਮੈਂਟ ਘੱਟ ਗਈ ਤਾਂ ਫਿਰ ਉਹ ਕੀ ਕਰਦੇ ਨੇ ਮਾਈਸਲਸ ਦੇ ਸਰਫੇਸ ਦੇ ਉੱਪਰ ਆ ਕੇ ਐਬਜ਼ੌਰਬ ਹੋ ਜਾਂਦੇ ਨੇ। ਹੁਣ ਜਿਹੜਾ CMC ਤੋਂ ਪਹਿਲਾਂ ਵਾਲਾ ਰੀਜਨ ਆ ਉਹਨੂੰ ਆਪਾਂ ਬੋਲਦੇ ਹਾਂ ਪ੍ਰੀ ਮਾਈਸਲਰ ਰੀਜਨ ਜਿਹਦੇ ਵਿੱਚ ਕੀ ਆ ਕਾਊਂਟਰ ਆਇਨਸ ਦੀ ਜੋ ਮੋਬਿਲਿਟੀ ਆ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਲਈ ਇਹਦੇ ਵਿੱਚ ਕੀ ਆ ਇਲੈਕਟ੍ਰੀਕਲ ਕੰਡਕਟੀਵਿਟੀ ਰੈਪਿਡਲੀ ਇਨਕਰੀਜ਼ ਕਰ ਰਹੀ ਹੁੰਦੀ ਆ। ਅਤੇ ਜਦੋਂ CMC ਤੋਂ ਬਾਅਦ ਜਦੋਂ ਉਹਨਾਂ ਦੇ ਮਾਈਸਲਸ ਬਣ ਗਏ ਤਾਂ ਕਾਊਂਟਰ ਆਇਨ ਕੀ ਕਰਦੇ ਆ ਮਾਈਸਲ ਦੇ ਸਰਫੇਸ ਦੇ ਉੱਪਰ ਆ ਕੇ ਐਬਜ਼ੌਰਬ ਹੋ ਜਾਂਦੇ ਆ ਤਾਂ ਕਾਊਂਟਰ ਆਇਨ ਦੀ ਜੋ ਮੋਬਿਲਿਟੀ ਆ ਉਹ ਵੀ ਘੱਟ ਜਾਂਦੀ ਹੈ। ਇਸੇ ਕਰਕੇ ਜੋ ਇਲੈਕਟ੍ਰੀਕਲ ਕੰਡਕਟੀਵਿਟੀ ਆ CMC ਤੋਂ ਬਾਅਦ ਉਹ ਸਲੋ ਇਨਕਰੀਜ਼ ਕਰਦੀ ਹੈ। ਅਤੇ CMC ਤੋਂ ਬਾਅਦ ਵਾਲੇ ਜੋ ਰੀਜਨ ਆ ਉਹਨੂੰ ਆਪਾਂ ਬੋਲਦੇ ਹਾਂ ਪੋਸਟ ਮਾਈਸਲਰ ਰੀਜਨ। CMC ਤੋਂ ਪਹਿਲੇ ਵਾਲੇ ਰੀਜਨ ਦੀ ਜੋ ਸਲੋਪ ਆ ਉਹਨੂੰ ਆਪਾਂ S1 ਦੇ ਨਾਲ ਡਿਨੋਟ ਕਰਦੇ ਹਾਂ ਔਰ ਜੋ ਪੋਸਟ ਮਾਈਸਲਰ ਰੀਜਨ ਹੈ CMC ਤੋਂ ਬਾਅਦ ਵਾਲਾ ਰੀਜਨ ਉਹਨੂੰ ਆਪਾਂ S2 ਦੇ ਨਾਲ ਡਿਨੋਟ ਕਰਦੇ ਹਾਂ ਉਹਦੀ ਸਲੋਪ ਨੂੰ। ਜਿਹੜੀ S2 ਦੀ ਸਲੋਪ ਆ ਉਹ ਕੀ ਹੈ ਘੱਟ ਹੈ ਲੈਸ ਦੈਨ ਹੈ ਕਿਹਦੇ ਨਾਲੋਂ S1 ਦੇ ਨਾਲੋਂ। ਇਸ ਥਿਊਰੀ ਦੇ ਵਿੱਚ ਵੀ ਉਵੇਂ ਲਿਖਿਆ ਇਲੈਕਟ੍ਰੀਕਲ ਕੰਡਕਟੀਵਿਟੀ ਰੈਪਿਡਲੀ ਇਨਕਰੀਜ਼ਸ ਬਿਫੋਰ CMC ਤੋਂ ਪਹਿਲਾਂ ਕੀ ਹੈ ਇਲੈਕਟ੍ਰੀਕਲ ਕੰਡਕਟੀਵਿਟੀ ਰੈਪਿਡਲੀ ਇਨਕਰੀਜ਼ ਕਰ ਰਹੀ ਆ ਐਂਡ ਇਲੈਕਟ੍ਰੀਕਲ ਕੰਡਕਟੀਵਿਟੀ ਇਨਕਰੀਜ਼ਸ ਸਲੋਲੀ ਆਫਟਰ CMC ਤੋਂ ਬਾਅਦ ਸਲੋ ਇਨਕਰੀਜ਼ ਕਰਦੀ ਹੈ ਬਿਕੋਜ਼ ਆਫਟਰ CMC ਮਾਈਸਲਸ ਆਰ ਫੋਰਮਡ ਉਹਨਾਂ ਦੇ ਮਾਈਸਲਸ ਬਣਨੇ ਸਟਾਰਟ ਹੋ ਜਾਂਦੇ ਆ ਐਂਡ ਮੋਬਿਲਿਟੀ ਜੋ ਮੂਵਮੈਂਟ ਆਫ ਆਇਨਸ ਆਰ ਰਿਸਟ੍ਰਿਕਟਿਡ। ਨੈਕਸਟ ਇਸ ਡਾਇਗਰਾਮ ਦੇ ਵਿੱਚ ਜੋ ਪ੍ਰੀ ਮਾਈਸਲਰ ਰੀਜਨ ਹੈ ਪ੍ਰੀ ਮਾਈਸਲਰ ਰੀਜਨ ਦੇ ਵਿੱਚ ਜੋ ਬਲੂ ਦੇ ਨਾਲ ਜੋ ਮੋਲੀਕਿਊਲਸ ਦਿਖਾਏ ਗਏ ਉਹ ਸਰਫੈਕਟੈਂਟ ਦੇ ਮੋਲੀਕਿਊਲਸ ਆ ਔਰ ਰੈੱਡ ਵਾਲੇ ਕਾਊਂਟਰ ਆਇਨਸ ਆ।
ਇਹਦੇ ਵਿੱਚ ਕੀ ਹੈ, ਪਹਿਲਾਂ ਪ੍ਰੀ ਮਾਈਸਲਰ ਰੀਜਨ ਦੇ ਵਿੱਚ ਪਹਿਲਾਂ ਕੀ ਸੀ, ਕਾਊਂਟਰ ਆਇਨਸ ਦੀ ਜੋ ਡਿਗਰੀ ਆਫ ਫਰੀडम ਸੀ ਉਹ ਵੀ ਜ਼ਿਆਦਾ ਸੀ, ਉਹਨਾਂ ਦੀ ਮੂਵਮੈਂਟ ਬਹੁਤ ਜ਼ਿਆਦਾ ਸੀ, ਪਹਿਲਾਂ ਫਰੀ ਮੂਵ ਕਰ ਰਹੇ ਸੀ। ਬਟ ਆਫਟਰ ਦ ਪ੍ਰੋਸੈਸ ਆਫ ਮਾਈਸਲਾਈਜੇਸ਼ਨ ਉਹਨਾਂ ਦੇ ਜਦੋਂ ਮਾਈਸਲਸ ਬਣਨੇ ਸਟਾਰਟ ਹੋ ਗਏ ਤਾਂ ਉਹਨਾਂ ਦੀ ਡਿਗਰੀ ਆਫ ਫਰੀडम ਵੀ ਘੱਟ ਗਈ ਔਰ ਉਹਨਾਂ ਦੀ ਜੋ ਡਿਗਰੀ ਆਫ ਮੂਵਮੈਂਟ ਸੀ ਉਹ ਵੀ ਘੱਟ ਗਈ। ਤਾਂ ਜਿਹੜੇ ਕਾਊਂਟਰ ਆਇਨ ਸੀ ਉਹਨਾਂ ਦੀ ਡਿਗਰੀ ਆਫ ਮੂਵਮੈਂਟ ਵੀ ਘੱਟ ਗਈ, ਤਾਂ ਫਿਰ ਉਹ ਕੀ ਕਰਨਗੇ, ਜੋ ਉਹਨਾਂ ਦੀ ਮੋਬਿਲਿਟੀ ਹੈ ਉਹ ਘੱਟ ਗਈ, ਤਾਂ ਫਿਰ ਉਹ ਕੀ ਕਰਨਗੇ, ਮਾਈਸਲਸ ਦੇ ਸਰਫੇਸ ਦੇ ਉੱਪਰ ਆ ਕੇ ਐਬਜ਼ੌਰਬ ਹੋ ਜਾਣਗੇ। ਇਸ ਰੀਜ਼ਨ ਨੂੰ ਬੋਲਦੇ ਆ ਪੋਸਟ ਮਾਈਸਲਰ ਰੀਜ਼ਨ। ਨੈਕਸਟ ਡਿਗਰੀ ਆਫ ਕਾਊਂਟਰ ਐਂਡ ਬਾਈਂਡਿੰਗ, ਜਿਹਨੂੰ ਆਪਾਂ ਬਿੱਟਾ ਦੇ ਨਾਲ ਡਿਨੋਟ ਕੀਤਾ ਵਾ, ਉਹ ਕੀ ਹੈ, ਡਾਇਰੈਕਟਲੀ ਪ੍ਰੋਪੋਰਸ਼ਨਲ ਆ ਚਾਰਜ ਡੈਂਸਿਟੀ ਦੇ। ਮੀਨਸ ਜਿੰਨਾ ਜ਼ਿਆਦਾ ਚਾਰਜ ਹੋਏਗਾ ਉਨੀ ਹੀ ਜ਼ਿਆਦਾ ਕਾਊਂਟਰ ਐਂਡ ਬਾਈਂਡਿੰਗ ਹੋਏਗੀ, ਜਿੰਨਾ ਘੱਟ ਚਾਰਜ ਹੋਏਗਾ ਉਨੀ ਹੀ ਘੱਟ ਡਿਗਰੀ ਆਫ ਕਾਊਂਟਰ ਐਂਡ ਬਾਈਂਡਿੰਗ ਹੋਏਗੀ। ਨੈਕਸਟ ਡਿਗਰੀ ਆਫ ਕਾਊਂਟਰ ਐਂਡ ਬਾਈਂਡਿੰਗ ਕਿੰਨਾ ਰਿਲੇਟਡ ਆ, ਪੋਲਰਾਈਜ਼ੇਬਿਲਟੀ ਦੇ ਨਾਲ। ਡਿਗਰੀ ਆਫ ਕਾਊਂਟਰ ਐਂਡ ਬਾਈਂਡਿੰਗ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪੋਲਰਾਈਜ਼ੇਬਿਲਟੀ। पोलराइजेबिलिटी है कि पोलराइजेबिलिटी इज़ ईज़ ऑफ डिस्टॉर्शन ऑफ इलैक्ट्रॉन क्लाउड, किसी इलैक्ट्रॉन क्लाउड का डिस्टॉर्ट होना। तो जी पोलराइजेबिलिटी है कि रिलेटेड आ, पोलराइजेबिलिटी इज़ डायरैक्टली प्रोपोर्शनल टू आयनिक साइज़। जिन्ना ज़्यादा आयनिक साइज़ होएगा उन्ना ही उसनू डिस्टॉर्ट करना ईजी होएगा। मीनस जिन्ना ज़्यादा आयनिक साइज़ उन्नी ही ज़्यादा पोलराइजेबिलिटी, जिन्नी ज़्यादा पोलराइजेबिलिटी होएगी उन्नी ही ज़्यादा डिग्री ऑफ काउंटर एंड बाइंडिंग होएगी। अगर आयनिक साइज़ स्मॉल होया तो पोलराइजेबिलिटी भी घट जाएगी, जे पोलराइजेबिलिटी घट गई तो डिग्री ऑफ काउंटर एंड बाइंडिंग भी घट जाएगी। नैक्सट जो CMC वो कितना रिलेटेड है, CMC इज़ इनवर्सली प्रोपोर्शनल टू डिग्री ऑफ काउंटर एंड बाइंडिंग। मीनस अगर डिग्री ऑफ काउंटर एंड बाइंडिंग इंक्रीज़ कर गए तो फिर CMC डिक्रीज़ कर जाएगी। अगर डिग्री ऑफ काउंटर एंड बाइंडिंग डिक्रीज़ कर गई तो CMC की हो जाएगी, इंक्रीज़ कर जाएगी। नैक्सट की है ऑर्डर ऑफ इंक्रीज़ इन पोलराइजेबिलिटी। ऑर्डर दिता है पोलराइजेबिलिटी का, ये की है जो लिथियम पॉजिटिव आ वो स्मॉलर है कि नालों सोडियम पॉजिटिव के नालों, सोडियम पॉजिटिव इज़ स्मॉलर दैन पोटाशियम पॉजिटिव। इस ऑर्डर दे विच की है लिथियम पॉजिटिव आ जो ओदी पोलराइजेबिलिटी सब तो घट है, क्यों, क्योंकि लिथियम पॉजिटिव का जो आयनिक साइज़ आ वो घट गया, आयनिक साइज़ घट गया तो पोलराइजेबिलिटी घट गई, पोलराइजेबिलिटी घट गई तो फिर की होएगा, बिटा घट जाएगा। बिटा की अपने को डिग्री ऑफ काउंटर एंड बाइंडिंग, इसलिए ये लिथियम पॉजिटिव की जो पोलराइजेबिलिटी है वो सब तो घट है। इस ऑर्डर के जो कैल्शियम 2 पॉजिटिव है वो की है पोलराइजेबिलिटी सब तो ज़्यादा वा। कैल्शियम 2 पॉजिटिव की पोलराइजेबिलिटी क्यों ज़्यादा है, क्योंकि वो आयनिक साइज़ की है सब तो ज़्यादा वा। आयनिक साइज़ इंक्रीज़ कर गया तो फिर पोलराइजेबिलिटी इंक्रीज़ कर गई, पोलराइजेबिलिटी इंक्रीज़ कर गई तो CM डिग्री ऑफ काउंटर एंड बाइंडिंग भी इंक्रीज़ कर गई। नैक्सट ऑर्डर ऑफ डिक्रीज़ इन CMC, ये की है लिथियम पॉजिटिव जी जो CMC है वो सब तो ज़्यादा वा। क्यों, क्योंकि जो लिथियम पॉजिटिव आ उहदा जो आयनिक साइज़ आ वो स्मॉल आ, जे वो आयनिक साइज़ घट गया तो पोलराइजेबिलिटी घट गई, पोलराइजेबिलिटी घट गई तो फिर बिटा जो डिग्री ऑफ काउंटर एंड बाइंडिंग वो भी घट जाएगी। तो डिग्री ऑफ काउंटर एंड बाइंडिंग कितना रिलेटेड है CMC के नाल। ये जो डिग्री ऑफ काउंटर एंड बाइंडिंग घट गई तो CMC की कर जाएगी, इंक्रीज़ कर जाएगी। इसलिए इस ऑर्डर दे विच जो लिथियम पॉजिटिव आ उहदे विच की है CMC लिथियम पॉजिटिव की जो CMC है सब तो ज़्यादा वा। इस ऑर्डर दे विच जो कैल्शियम 2 पॉजिटिव आ ओदी CMC सब तो घट है, क्यों, क्योंकि कैल्शियम 2 पॉजिटिव की जो आयनिक साइज़ आ वो की है सब तो ज़्यादा वा। आयनिक साइज़ इंक्रीज़ कर गया तो पोलराइजेबिलिटी भी इंक्रीज़ कर जाएगी, पोलराइजेबिलिटी इंक्रीज़ कर गई तो डिग्री ऑफ काउंटर एंड बाइंडिंग भी इंक्रीज़ कर जाएगी। जो डिग्री ऑफ काउंटर एंड बाइंडिंग इंक्रीज़ कर गई तो जो CMC आ वो की कर जाएगी, डिक्रीज़ कर जाएगी। इसलिए जो इस ऑर्डर दे विच जो कैल्शियम 2 पॉजिटिव है वो CMC सब नालों घट है। नैक्सट CMC इज़ इनवर्सली प्रोपोर्शनल टू कंसनट्रेशन ऑफ इलैक्ट्रोलाइट। इलैक्ट्रोलाइट के विच है कि अनायंस और कटायंस जो किदा काम कर रहे हैं, काउंटर आयंस का। मीनस अगर आप इलैक्ट्रोलाइट की कंसनट्रेशन इंक्रीज़ कर दिए तो CMC डिक्रीज़ कर जाएगी, अगर इलैक्ट्रोलाइट की कंसनट्रेशन डिक्रीज़ कर दिए तो CMC इंक्रीज़ कर जाएगी। नैक्सट डाईवेलेंट काउंटर आयंस। डाईवेलेंट काउंटर आयंस किहड़े हुंदे जिन्हां दे उपर 2 पॉजिटिव चार्ज हुंदा है। डाईवेलेंट काउंटर आयंस
for example Mg2 positive, calcium 2 positive, etc. will displace monovalent ions from surface of charged micelle। ਜੇ ਆਪਾਂ ਮਾਈਸਲ ਦੇ ਸਰਫੇਸ ਦੇ ਉੱਪਰ ਡਾਈਵੇਲੈਂਟ ਕਾਊਂਟਰ ਆਇਨਸ ਦੀ ਜੋ ਕੰਸਨਟ੍ਰੇਸ਼ਨ ਆ ਉਹ ਇਨਕਰੀਜ਼ ਕਰਦੀ ਹੈ ਤਾਂ ਉਹ ਕੀ ਕਰਨਗੇ, ਜੋ ਮੋਨੋਵੇਲੈਂਟ ਆਇਨ ਆ ਉਹਨਾਂ ਦੀ ਕੰਸਨਟ੍ਰੇਸ਼ਨ ਉਹ ਡਿਕਰੀਜ਼ ਕਰ ਦੇਣਗੇ। Next, for alkyl trimethyl ammonium bromide, as the size of alkyl group increases, counter ion binding increases as the hydrophobic interaction increases। ਇਹਦੇ ਵਿੱਚ ਕੀ ਆ, ਜੇ ਆਪਾਂ alkyl trimethyl ammonium bromide ਦੇ ਵਿੱਚ alkyl group ਦਾ ਸਾਈਜ਼ ਨੂੰ ਇਨਕਰੀਜ਼ ਕਰਦੀ ਹੈ ਤਾਂ ਉਹਦੇ ਵਿੱਚ ਕੀ ਆ, counter ion binding ਇਨਕਰੀਜ਼ ਕਰ ਜਾਏਗੀ। ਕਿਉਂ? ਕਿਉਂਕਿ ਉਹਦੇ ਵਿੱਚ ਜੋ ਹਾਈਡਰੋਫੋਬਿਕ ਇੰਟਰੈਕਸ਼ਨ ਆ ਉਹ ਵੀ ਇਨਕਰੀਜ਼ ਕਰ ਜਾਣਗੀਆਂ। ਥੈਂਕ ਯੂ।